बहुत ही ਪਿਆਰੇ ਵਿਦਿਆਰਥੀਓ। ਸੋ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਸਾਇੰਸ ਵਿਸ਼ੇ ਦਾ ਚੌਥਾ ਚੈਪਟਰ ਪਦਾਰਥ ਧਾਤਾਂ ਅਤੇ ਅਧਾਤਾਂ ਦਾ ਦੂਸਰਾ ਕੁਇਜ਼, ਜਿਹਦੇ ਵਿੱਚ 16 ਤੋਂ ਲੈ ਕੇ 30 ਤੱਕ ਪ੍ਰਸ਼ਨ ਦਿੱਤੇ ਗਏ ਨੇ ਅਤੇ ਉਹਨਾਂ ਦੇ ਹੱਲ ਵੀ ਨਾਲ ਦਿੱਤੇ ਗਏ ਨੇ। ਸੋ ਆਓ ਚੱਲਦੇ ਹਾਂ ਪਹਿਲੇ 16ਵੇਂ ਪ੍ਰਸ਼ਨ ਦੇ ਉੱਪਰ। ਪ੍ਰਸ਼ਨ ਹੈ ਕਿ ਥਰਮਾਮੀਟਰ ਇੱਕ ਧਾਤ ਭਰੀ ਹੁੰਦੀ ਹੈ ਜੋ ਕਮਰੇ ਦੇ ਤਾਪਮਾਨ ਤੇ ਦ੍ਰਵ ਅਵਸਥਾ ਵਿੱਚ ਮਿਲਦੀ ਹੈ। ਇਸ ਧਾਤ ਦਾ ਨਾਮ ਦੱਸਣਾ ਹੈ। ਇਸ ਧਾਤ ਦਾ ਨਾਮ ਦੱਸਣਾ ਹੈ ਅਲਕੋਹਲ, ਗ੍ਰੈਫਾਈਟ, ਮਰਕਰੀ ਜਾਂ ਆਇਰਨ। ਸੋ ਇਹਨਾਂ ਵਿੱਚੋਂ ਇਹ ਧਾਤ ਕਿਹੜੀ ਹੈ? ਸੋ ਇਸ ਦਾ ਸਹੀ ਉੱਤਰ ਹੋਏਗਾ ਇਹ ਮਰਕਰੀ ਹੈ। ਸੋ ਉਸ ਨੂੰ ਮਰਕਰੀ ਕਹਿੰਦੇ ਨੇ, ਜਿਹੜੀ ਥਰਮਾਮੀਟਰ ਵਿੱਚ ਧਾਤ ਭਰੀ ਹੋਈ ਹੁੰਦੀ ਹੈ। ਸੋ ਹੁਣ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਤਜਿੰਦਰ ਨੇ ਭੁਲੇਖੇ ਨਾਲ ਇੱਕ ਧਾਤ ਨੂੰ ਹਵਾ ਵਿੱਚ ਖੁੱਲ੍ਹਾ ਰੱਖ ਦਿੱਤਾ ਅਤੇ ਉਹ ਜਲਣ ਲੱਗਦੀ ਹੈ। ਅਧਾਤ ਦਾ ਨਾਮ ਦੱਸੋ। ਅਧਾਤ ਦਾ ਨਾਮ ਦੱਸਣਾ ਹੈ ਅਸੀਂ ਹੁਣ। ਇਹ ਮਰਕਰੀ ਹੈ, ਕਾਪਰ ਹੈ, ਫਾਸਫੋਰਸ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ, ਜਿਹੜੀ ਕਿ ਖੁੱਲ੍ਹਾ ਰੱਖਣ 'ਤੇ ਜਲਣ ਲੱਗਦੀ, ਜਾਣੀ ਕਿ ਜੇ ਹਵਾ 'ਚ ਰੱਖਦੇ ਹਾਂ ਉਹਨੂੰ ਅਤੇ ਉਹ ਜਲਣ ਲੱਗ ਜਾਂਦੀ ਹੈ। ਸੋ ਇਸ ਦਾ ਉੱਤਰ ਹੋਏਗਾ ਫਾਸਫੋਰਸ। ਫਾਸਫੋਰਸ ਨੂੰ ਜੇ ਹਵਾ ਵਿੱਚ ਖੁੱਲ੍ਹਾ ਰੱਖਤਾ ਜਾਵੇ ਤਾਂ ਇਹ ਜਲਣ ਲੱਗ ਜਾਂਦੀ ਹੈ। ਸੋ ਫਾਸਫੋਰਸ ਇਸ ਦਾ ਉੱਤਰ ਹੈ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ 18ਵਾਂ ਪ੍ਰਸ਼ਨ। ਮੰਦਰ ਵਿੱਚ ਘੰਟੀ ਲੱਕੜੀ ਦੀ ਨਾ ਹੋ ਕੇ ਧਾਤ ਦੀ ਹੁੰਦੀ ਹੈ। ਧਾਤਾਂ ਗਾਇਨ ਧੁਨਾਂ ਪੈਦਾ ਕਰਦੀਆਂ ਹਨ, ਇਸ ਲਈ ਉਹ ਡੈਸ਼ ਅਖਵਾਉਂਦੀਆਂ ਹਨ। ਸੁਚਾਲਕ, ਕੁਟੀਣਯੋਗ, ਕਮਜ਼ੋਰ ਜਾਂ ਧੁਨੀਕ। ਸੋ ਇਹਨਾਂ ਵਿੱਚੋਂ ਧਾਤਾਂ ਬਾਰੇ ਦੱਸਣਾ ਹੈ, ਧਾਤਾਂ ਕੀ ਅਖਵਾਉਂਦੀਆਂ ਨੇ। ਸੋ ਇਹਦਾ ਉੱਤਰ ਹੈ ਧਾਤਾਂ ਧੁਨੀਕ ਅਖਵਾਉਂਦੀਆਂ ਨੇ। ਸੋ ਹੁਣ ਚੱਲਦੇ ਹਾਂ ਨਾਲ ਹੀ ਅਗਲੇ ਪ੍ਰਸ਼ਨ ਤੇ। ਗੈਸ ਦੇ ਪ੍ਰੀਖਣ ਸਮੇਂ ਅਧਿਆਪਕ ਦੁਆਰਾ ਪਰਖ ਨਲੀ ਦੇ ਮੂੰਹ ਦੇ ਕੋਲ ਬਲਦੀ ਹੋਈ ਮਾਚਿਸ ਦੀ ਤਿੱਲੀ ਲਿਆਉਣ 'ਤੇ ਪੌਪ ਦੀ ਆਵਾਜ਼ ਆਈ। ਇਹ ਕਿਹੜੀ ਗੈਸ ਹੈ? ਕਾਰਬਨ ਡਾਈਆਕਸਾਈਡ, ਆਕਸੀਜਨ, ਨਾਈਟ੍ਰੋਜਨ ਜਾਂ ਹਾਈਡਰੋਜਨ। ਸੋ ਇਹਨਾਂ ਵਿੱਚੋਂ ਇਹ ਗੈਸ ਦੱਸਣੀ ਹੈ ਕਿ ਇਹ ਕਿਹੜੀ ਗੈਸ ਹੈ। ਸੋ ਇਸ ਦਾ ਉੱਤਰ ਹੋਏਗਾ ਇਹ ਹਾਈਡਰੋਜਨ ਹੈ। ਸੋ ਹਾਈਡਰੋਜਨ ਨੂੰ ਜਲਾਉਣ 'ਤੇ ਪੌਪ ਦੀ ਆਵਾਜ਼ ਆਉਂਦੀ ਹੈ, ਭਾਵ ਕਿ ਇਹ ਥੋੜ੍ਹਾ ਜਿਹਾ ਧਮਾਕੇ ਨਾਲ ਚੱਲਦੀ ਹੈ। ਸੋ ਹੁਣ ਇਸ ਦੇ ਨਾਲ ਹੀ ਪ੍ਰਸ਼ਨ 20ਵੇਂ ਤੇ ਚੱਲਦੇ ਹਾਂ। ਪ੍ਰਸ਼ਨ 20ਵਾਂ। ਸੁਮਨ ਨੇ ਲੋਹੇ ਦੀ ਕਿੱਲ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਰੱਖ ਦਿੱਤਾ। ਕਾਪਰ ਸਲਫੇਟ ਦੇ ਨੀਲੇ ਰੰਗ ਦੇ ਘੋਲ ਵਿੱਚ ਕੀ ਪਰਿਵਰਤਨ ਹੋਏਗਾ? ਸੋ ਇਸ ਦੀਆਂ ਆਪਸ਼ਨ ਦੇਖਦੇ ਹਾਂ। ਨੀਲਾ ਰੰਗ ਗੁਲਾਬੀ ਹੋ ਜਾਏਗਾ, ਨੀਲਾ ਰੰਗ ਹਰਾ ਹੋ ਜਾਏਗਾ, ਨੀਲੇ ਰੰਗ ਕਾਲਾ ਹੋ ਜਾਏਗਾ ਜਾਂ ਕੋਈ ਪਰਿਵਰਤਨ ਨਹੀਂ ਆਏਗਾ। ਸੋ ਇਸ ਪ੍ਰਸ਼ਨ ਦਾ ਉੱਤਰ ਹੈ ਕਿ ਨੀਲਾ ਰੰਗ ਹਰਾ ਹੋ ਜਾਏਗਾ। ਨੀਲਾ ਰੰਗ ਹਰਾ ਹੋ ਜਾਏਗਾ। ਸੋ ਭਾਵ ਕਿ ਇਹਦੇ ਵਿੱਚ ਦੂਸਰੀ ਆਪਸ਼ਨ ਠੀਕ ਉੱਤਰ ਹੈ, ਨੀਲਾ ਰੰਗ ਹਰਾ ਹੋ ਜਾਏਗਾ। ਹੁਣ ਅੱਗੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਪਰ। ਅਗਲਾ ਪ੍ਰਸ਼ਨ ਹੈ 21ਵਾਂ। ਮੈਗਨੀਸ਼ੀਅਮ ਆਕਸਾਈਡ ਰਿਬਨ ਨੂੰ ਹਵਾ ਵਿੱਚ ਜਲਾ ਕੇ ਪ੍ਰਾਪਤ ਹੁੰਦਾ ਹੈ। ਇਸ ਦਾ ਸੁਭਾਅ ਕਿਹੋ ਜਿਹਾ ਹੈ? ਮੈਗਨੀਸ਼ੀਅਮ ਆਕਸਾਈਡ ਮੈਗਨੀਸ਼ੀਅਮ ਰਿਬਨ ਨੂੰ ਹਵਾ ਵਿੱਚ ਜਲਾ ਕੇ ਪ੍ਰਾਪਤ ਹੁੰਦਾ ਹੈ। ਇਸ ਦਾ ਸੁਭਾਅ ਕਿਹੋ ਜਿਹਾ ਹੈ? ਸੋ ਇਹਦੀਆਂ ਆਪਸ਼ਨ ਦੇਖਦੇ ਹਾਂ। ਇਹਦੀਆਂ ਆਪਸ਼ਨ ਹਨ ਤੇਜ਼ਾਬੀ, ਖਾਰੀ, ਉਦਾਸੀਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਹੋਏਗਾ ਖਾਰੀ। ਸੋ ਦੂਸਰੀ ਆਪਸ਼ਨ ਇਸ ਦਾ ਸਹੀ ਉੱਤਰ ਹੈ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਪਰ। ਰਮਨ ਇੱਕ ਪਦਾਰਥ ਨੂੰ ਕੁੱਟ ਕੇ ਉਸ ਪਦਾਰਥ ਨੂੰ ਪਤਲੀ ਚਾਦਰ ਵਿੱਚ ਪਰਿਵਰਤਿਤ ਕਰ ਰਹੀ ਹੈ।
ਰਮਨ ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਵਰਤ ਰਹੀ ਹੈ? ਤਾਂਬਾ, ਸਲਫਰ, ਕਲੋਰੀਨ ਜਾਂ ਆਕਸੀਜਨ। ਯਾਨੀ ਕਿ ਇਹਨਾਂ ਵਿੱਚੋਂ ਉਹ ਕਿਹੜਾ ਪਦਾਰਥ ਵਰਤ ਰਹੀ ਹੈ? ਸੋ ਇਸ ਦਾ ਉੱਤਰ ਹੋਏਗਾ ਉਹ ਤਾਂਬਾ ਵਰਤ ਰਹੀ ਹੈ। ਸੋ ਤਾਂਬਾ ਇਸ ਦਾ ਸਹੀ ਉੱਤਰ ਹੈ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਪਰ। ਪ੍ਰਸ਼ਨ 23ਵਾਂ। ਰਵਿੰਦਰ ਨੇ ਵੇਖਿਆ ਕਿ ਲੋਹਾਰ ਲੋਹੇ ਦੀ ਕਿੱਲ ਨੂੰ ਹਥੌੜੇ ਨਾਲ ਕੁੱਟ ਰਿਹਾ ਹੈ ਅਤੇ ਇਹ ਕਿੱਲ ਚਾਦਰ ਵਿੱਚ ਪਰਿਵਰਤਿਤ ਹੋ ਰਹੀ ਹੈ। ਧਾਤਾਂ ਦੇ ਇਸ ਗੁਣ ਨੂੰ ਕੀ ਕਹਿੰਦੇ ਨੇ? ਕੁਟੀਣ ਯੋਗਤਾ, ਖਿਚੀਣ ਯੋਗਤਾ, ਚਮਕਦਾਰ ਜਾਂ ਤੁਨੀਕ। ਸੋ ਇਸ ਗੁਣ ਨੂੰ ਕੀ ਕਹਿੰਦੇ ਨੇ? ਇਸ ਗੁਣ ਨੂੰ ਕੁਟੀਣ ਯੋਗਤਾ ਕਹਿੰਦੇ ਨੇ, ਭਾਵ ਕਿ ਇਸ ਦਾ ਉੱਤਰ ਪਹਿਲੀ ਆਪਸ਼ਨ ਹੈ। ਸੋ ਪਹਿਲੀ ਆਪਸ਼ਨ ਇਸ ਦਾ ਠੀਕ ਉੱਤਰ ਹੈ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਸਰਬਜੀਤ ਦੇ ਮਾਤਾ ਜੀ ਪਤੀਲੇ ਦਾ ਹੈਂਡਲ ਟੁੱਟ ਜਾਣ ਕਰਕੇ ਗਰਮ ਪਤੀਲੇ ਨੂੰ ਕੱਪੜੇ ਨਾਲ ਫੜ ਰਹੇ ਹਨ ਕਿਉਂਕਿ ਕੱਪੜਾ ਤਾਪ ਦਾ ਡੈਸ਼ ਹੈ। ਸੁਚਾਲਕ ਹੈ, ਕੁਚਾਲਕ ਹੈ, ਉਪਰੋਕਤ ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਆਏਗਾ ਕਿ ਕੱਪੜਾ ਤਾਪ ਦਾ ਕੁਚਾਲਕ ਹੈ। ਸੋ ਦੂਸਰੀ ਆਪਸ਼ਨ ਠੀਕ ਉੱਤਰ ਹੈ। ਹੁਣ ਅਗਲੇ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ 25ਵਾਂ। ਅਮਨ ਨੇ ਪੜ੍ਹਿਆ ਕਿ ਧਾਤਾਂ ਕਠੋਰ ਹੁੰਦੀਆਂ ਹਨ, ਪਰ ਅਧਿਆਪਕ ਨੇ ਇੱਕ ਧਾਤ ਨੂੰ ਚਾਕੂ ਨਾਲ ਕੱਟ ਦਿੱਤਾ। ਧਾਤ ਦਾ ਨਾਮ ਦੱਸੋ। ਸੋ ਧਾਤ ਦਾ ਨਾਮ ਹੈ ਪੋਟਾਸ਼ੀਅਮ, ਕਾਪਰ, ਐਲੂਮੀਨੀਅਮ ਜਾਂ ਆਇਰਨ। ਇਹਨਾਂ ਵਿੱਚੋਂ ਧਾਤ ਇੱਦਾਂ ਦੀ ਕਿਹੜੀ ਹੈ ਜਿਹੜੀ ਬਹੁਤ ਨਰਮ ਹੈ, ਉਸ ਨੂੰ ਚਾਕੂ ਨਾਲ ਕੱਟਿਆ ਜਾ ਸਕਦਾ ਹੈ? ਉਹ ਧਾਤ ਹੈ ਪੋਟਾਸ਼ੀਅਮ। ਉਹ ਧਾਤ ਪੋਟਾਸ਼ੀਅਮ ਹੈ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪ੍ਰਸ਼ਨ 26ਵਾਂ। ਸਰਕਟ ਵਿੱਚ ਬਿਜਲੀ ਦਾ ਪ੍ਰਵਾਹ ਹੁੰਦਾ ਹੈ, ਇਸ ਲਈ ਹੇਠਾਂ ਦਿੱਤੇ ਸਰਕਟ ਵਿੱਚ ਜੋੜੀ ਗਈ ਲੋਹੇ ਦੀ ਕੇਲ ਦੀ ਥਾਂ ਤੇ ਵਰਤਿਆ ਜਾ ਸਕਦਾ ਹੈ। ਸੋ ਆਓ ਆਪਸ਼ਨ ਦੇਖੀਏ। ਗ੍ਰੈਫਾਈਟ, ਪਲਾਸਟਿਕ, ਲੱਕੜੀ ਜਾਂ ਰਬੜ। ਸੋ ਇਹਨਾਂ ਵਿੱਚੋਂ ਕੀ ਵਰਤਿਆ ਜਾ ਸਕਦਾ ਹੈ? ਉੱਤਰ ਹੈ ਗ੍ਰੈਫਾਈਟ। ਸੋ ਇਸ ਦਾ ਪਹਿਲੀ ਆਪਸ਼ਨ ਇਸ ਦਾ ਸਹੀ ਉੱਤਰ ਹੈ। ਸੋ ਪਹਿਲੀ ਆਪਸ਼ਨ ਇਸ ਦਾ ਸਹੀ ਉੱਤਰ ਸੀਗਾ ਬੱਚਿਓ, ਗ੍ਰੈਫਾਈਟ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਹੇਠ ਲਿਖਿਆਂ ਵਿੱਚੋਂ ਕਿਸ ਨੂੰ ਚਾਦਰਾਂ ਦੇ ਰੂਪ ਵਿੱਚ ਕੁੱਟਿਆ ਜਾ ਸਕਦਾ ਹੈ? ਕਾਰਬਨ, ਫਾਸਫੋਰਸ, ਆਇਓਡੀਨ ਜਾਂ ਲੋਹਾ। ਚਾਦਰਾਂ ਦੇ ਰੂਪ ਵਿੱਚ ਇਸ ਵਿੱਚੋਂ ਲੋਹੇ ਨੂੰ ਕੁੱਟਿਆ ਜਾ ਸਕਦਾ ਹੈ। ਸੋ ਚੌਥੀ ਆਪਸ਼ਨ ਇਸ ਦਾ ਸਹੀ ਉੱਤਰ ਹੈ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। 28ਵਾਂ ਪ੍ਰਸ਼ਨ। ਬਲਕਰਨ ਨੇ ਆਇਰਨ ਸਲਫੇਟ ਦੇ ਘੋਲ ਵਿੱਚ ਜ਼ਿੰਕ ਦੇ ਦਾਣੇ ਪਾਏ। ਕੁਝ ਸਮੇਂ ਬਾਅਦ ਉਸਨੇ ਦੇਖਿਆ ਕਿ ਆਇਰਨ ਸਲਫੇਟ ਦੇ ਘੋਲ ਦਾ ਹਲਕਾ ਹਰਾ ਰੰਗ ਗਾਇਬ ਹੋ ਗਿਆ। ਅਜਿਹਾ ਹੋਣ ਪਿੱਛੇ ਕੀ ਕਾਰਨ ਹੋ ਸਕਦਾ ਹੈ? ਜ਼ਿੰਕ ਲੋਹੇ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੋਣ ਕਰਕੇ ਲੋਹੇ ਨੂੰ ਉਸਦੇ ਘੋਲ ਵਿੱਚੋਂ ਵਿਸਥਾਪਿਤ ਕਰ ਦਿੰਦਾ ਹੈ। ਆਇਰਨ ਜ਼ਿੰਕ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ, ਇਸ ਕਰਕੇ ਘੋਲ ਦਾ ਰੰਗ ਗਾਇਬ ਹੋ ਗਿਆ। ਕੁਝ ਕਿਹਾ ਨਹੀਂ ਜਾ ਸਕਦਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਹੋਏਗਾ ਪਹਿਲੀ ਆਪਸ਼ਨ, ਯਾਨੀ ਕਿ ਜਿਹੜਾ ਜ਼ਿੰਕ ਹੈ ਉਹ ਕੀ ਕਰਦਾ ਹੈ? ਲੋਹੇ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੋਣ ਕਰਕੇ ਲੋਹੇ ਨੂੰ ਉਸਦੇ ਘੋਲ ਵਿੱਚੋਂ ਵਿਸਥਾਪਿਤ ਕਰ ਦਿੰਦਾ ਹੈ। So zinc is more reactive than the iron, so it displaces iron from its solution. So ਹੁਣ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਅਨਹਦ ਨੇ य ਯੌਗਿਕ ਨੂੰ ਪਾਣੀ ਵਿੱਚ ਘੋਲਿਆ। ਇਹਦੇ ਵਿੱਚ य ਜਿੱਦਾਂ ਇੰਗਲਿਸ਼ ਵਿੱਚ ਅਸੀਂ x ਮੰਨਦੇ ਹੁੰਦੇ ਹਾਂ ਤੇ ਇਸ ਦੇ ਵਿੱਚ य ਕਿਹਾ ਗਿਆ ਹੈ।
ਸੋ ਅਨਹਦ ਨੇ ਯੌਗਿਕ ਨੂੰ ਪਾਣੀ ਵਿੱਚ ਘੋਲਿਆ। ਅਜਿਹਾ ਕਰਨ ਨਾਲ ਉਸ ਨੂੰ ਇੱਕ ਚਮਕਦਾਰ ਨੀਲੇ ਰੰਗ ਦਾ ਘੋਲ ਮਿਲਿਆ। ਯੌਗਿਕ ਵਿੱਚੋਂ ਕਿਹੜਾ ਹੋਵੇਗਾ? ਯੌਗਿਕ ਇਹਨਾਂ ਵਿੱਚੋਂ ਕਿਹੜਾ ਹੋਏਗਾ? ਜ਼ਿੰਕ ਸਲਫੇਟ, ਆਇਰਨ ਸਲਫੇਟ, ਕਾਪਰ ਸਲਫੇਟ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਹੋਏਗਾ ਕਾਪਰ ਸਲਫੇਟ। ਸੋ ਇਸ ਦਾ ਉੱਤਰ ਹੈ ਕਾਪਰ ਸਲਫੇਟ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਵਨੂਰ ਨੇ ਇੱਕ ਬਿਜਲਈ ਸਰਕਟ ਨੂੰ ਪੂਰਾ ਕਰਨ ਲਈ ਐਲੂਮੀਨੀਅਮ ਦੀ ਪਤਲੀ ਸ਼ੀਟ ਦਾ ਇਸਤੇਮਾਲ ਕੀਤਾ ਅਤੇ ਸਰਕਟ ਵਿੱਚ ਬੈਟਰੀ ਲਗਾਉਣ 'ਤੇ ਬਲਬ ਜਗ ਜਾਂਦਾ ਹੈ। ਇਸ ਨਾਲ ਅਸੀਂ ਐਲੂਮੀਨੀਅਮ ਦੇ ਸੁਭਾਅ ਬਾਰੇ ਕੀ ਦੱਸ ਸਕਦੇ ਹਾਂ ਕਿ ਐਲੂਮੀਨੀਅਮ ਇੱਕ ਧਾਤ ਹੈ, ਐਲੂਮੀਨੀਅਮ ਇੱਕ ਅਧਾਤ ਹੈ, ਐਲੂਮੀਨੀਅਮ ਇੱਕ ਕੁਚਾਲਕ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ 30ਵੇਂ ਦਾ ਸਹੀ ਉੱਤਰ ਹੋਏਗਾ ਐਲੂਮੀਨੀਅਮ ਇੱਕ ਧਾਤ ਹੈ। ਸੋ ਪਹਿਲੀ ਆਪਸ਼ਨ ਇਸ ਦਾ ਸਹੀ ਉੱਤਰ ਹੈ ਕਿ ਐਲੂਮੀਨੀਅਮ ਇੱਕ ਧਾਤ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਕੁਇਜ਼ ਦੂਸਰਾ ਪਾਠ ਚੌਥੇ ਦੇ ਪ੍ਰਸ਼ਨ ਤੇ ਉਹਨਾਂ ਦਾ ਹੱਲ। ਜੇਕਰ ਤੁਸੀਂ ਇਹ ਕੁਇਜ਼ ਖੁਦ ਵੀ ਹੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਲਿੰਕ ਦੱਬ ਕੇ ਇਹ ਕੁਇਜ਼ ਖੋਲ੍ਹ ਸਕਦੇ ਹੋ ਅਤੇ ਉਸ ਨੂੰ ਹੱਲ ਕਰਕੇ ਜਾਣ ਸਕਦੇ ਹੋ ਕਿ ਤੁਸੀਂ ਕਿੰਨੇ ਅੰਕ ਇਹਨਾਂ ਵਿੱਚੋਂ ਪ੍ਰਾਪਤ ਕੀਤੇ ਨੇ। ਸੋ ਇਹ ਵੀਡੀਓ ਤੁਹਾਡੇ ਅਭਿਆਸ ਲਈ ਬਣਾਈਆਂ ਗਈਆਂ ਨੇ। ਸੋ ਇਹਨਾਂ ਦਾ ਅਭਿਆਸ ਜ਼ਰੂਰ ਕਰੋ ਤਾਂ ਕਿ ਸਾਇੰਸ ਦੇ ਵੱਧ ਤੋਂ ਵੱਧ ਪ੍ਰਸ਼ਨ ਅਤੇ ਉਹਨਾਂ ਦੇ ਉੱਤਰਾਂ ਨੂੰ ਯਾਦ ਕੀਤਾ ਜਾ ਸਕੇ। ਸੋ ਇਹੋ ਜਿਹੀਆਂ ਹੋਰ ਪਾਠਾਂ ਦੀਆਂ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਸ਼ੁਕਰੀਆ, ਧੰਨਵਾਦ।